तेजी नाल वायरल हो रही इस वीडियो ने सब नूं भावुक कीता है। दस्सिया जा रहा है कि ये वीडियो मां अते पुत दे मुड़ मिलाप दी है। जी हां, 35 साल बाद एक पुत अपनी मां नूं मिलन चाहता है अते उस समय ये भावुक पल बनते ने। आखिर इन्ने लंबे विछोड़े का कारण की रहा अते मुड़ किवें मिले ने मां पुत, तुहाडे नाल एक किस्सा भी साझा करते हैं। सतगुर की सेवा सफल है, जो को करे चित लाए। ये शब्द तां तुसीं सुनिया ही होवेगा, बस इसे शब्दां दे उदाहरण है एक किस्सा। दरअसल खालसा एड दे वॉलंटियर जगजीत सिंह कादियां पटियाला च हड़ पीड़तां दी सेवा च लगे हुए सी, जिथे उन्हां नूं ਇਹ पता लगता है कि 35 साल पहला विछड़े उन्हां दे माता जी ਇੱਥੇ ਰਹਿੰਦੇ ਨੇ। ਤਾਂ ਜਗਜੀਤ ਸਿੰਘ ਕਿਵੇਂ ਆਪਣੀ ਮਾਤਾ ਨੂੰ ਲੱਭਦੇ ਨੇ, ਸੁਣੋ ਉਹਨਾਂ ਦੀ ਜ਼ੁਬਾਨੀ। मैं 6 ਮਹੀਨਿਆਂ ਦੀ ਸੀ ਜਦੋਂ ਮੇਰੇ ਫਾਦਰ ਸਾਹਿਬ ਦੀ ਮੌਤ ਹੋ ਗਈ ਹਰਿਆਣੇ ਦੇ ਵਿੱਚ। ਫਾਦਰ ਸਾਹਿਬ ਦੀ ਮੌਤ ਤੋਂ ਬਾਅਦ ਮੇਰੇ ਨਾਨਕਾ ਪਰਿਵਾਰ ਜਾਂ ਮੇਰੇ ਦਾਦਕਾ ਪਰਿਵਾਰ ਦਾ ਆਪਸ ਦੇ ਵਿੱਚ ਪਤਾ ਨਹੀਂ ਕੀ ਸਮਝੌਤਾ ਹੋਇਆ ਜਾਂ ਜੋ ਕੁਝ ਵੀ ਹੈ ਸਮਾਜਿਕ ਕ੍ਰਿਤੀਆਂ ਦੇ ਕਾਰਨ ਮੇਰੀ ਮਾਂ ਨਾਲੋਂ ਮੈਂ 2-3 ਸਾਲ ਦਾ ਸੀ ਜਦੋਂ ਮੈਨੂੰ ਵਿਛੋੜਿਆ ਗਿਆ। ਤਾਂ ਮੇਰੀ ਦਾਦੀ ਦਾਦੇ ਨੇ ਮੈਨੂੰ ਪਾਲਿਆ। ਦਾਦੀ ਜੀ ਦੀ ਮੌਤ ਤੋਂ ਬਾਅਦ ਜਦੋਂ ਮੈਂ ਘਰ ਦੇ ਵਿੱਚ ਆਪਣਾ ਮੇਨਟੇਨ ਕਰਨਾ ਸ਼ੁਰੂ ਕੀਤਾ, ਘਰ ਦੀ ਸਾਫ਼ ਸਫਾਈ, ਤਾਂ ਮੈਨੂੰ ਉਹਦੇ ਵਿੱਚੋਂ ਐਲਬਮਸ ਲੱਭੀਆਂ ਮੇਰੇ ਮੰਮੀ ਡੈਡੀ ਦੇ ਵਿਆਹ ਦੀਆਂ। ਤਾਂ ਉਸ ਸਮੇਂ ਮੈਂ ਆਪਣੇ ਫਾਦਰ ਸਾਹਿਬ ਨੂੰ, ਦਾਦਾ ਜੀ ਨੂੰ ਪੁੱਛਿਆ ਕਿ ਇਹ ਐਲਬਮ ਕਿਹਦੀ ਹੈ। ਤਾਂ ਫਿਰ ਉਹਨਾਂ ਨੇ ਦੱਸਿਆ ਕਿ ਇਹ ਤੇਰੇ ਮੰਮੀ ਡੈਡੀ ਸੀ ਜਿਨ੍ਹਾਂ ਦੀ ਐਕਸੀਡੈਂਟ ਕਾਰਨ ਮੌਤ ਹੋ ਗਈ, ਤਾਂ ਅਸੀਂ ਤੈਨੂੰ ਇਹ ਚੀਜ਼ ਅੱਜ ਤੱਕ ਨਹੀਂ ਦੱਸੀ। ਉਹਨਾਂ ਨੇ ਵੀ ਉਦੋਂ ਇਹ ਨਹੀਂ ਦੱਸਿਆ ਕਿ ਤੇਰੀ ਮਾਂ ਹੈ। ਮੇਰੇ ਦਾਦਾ ਜੀ ਦੀ ਡੈਥ ਹੋ ਗਈ ਤਾਂ ਮੈਨੂੰ ਜਦੋਂ ਤੱਕ ਪਤਾ ਲੱਗਿਆ ਕਿ ਮੇਰੀ ਮਾਂ ਇਸ ਦੁਨੀਆ 'ਤੇ ਹੈ, ਜਿਹੜੀ ਮੈਨੂੰ ਛੱਡ ਕੇ ਗਈ ਸੀ, ਉਦੋਂ ਤੱਕ ਜਿਹੜੇ ਇਸ ਰਾਜ਼ ਨੂੰ ਜਾਣਦੇ ਸੀ, ਮੇਰੇ ਦਾਦੀ ਦਾਦਾ ਜੀ, ਮੇਰੇ ਤਾਈ ਤਾਇਆ ਜੀ, ਉਹ ਇਸ ਦੁਨੀਆ ਤੋਂ ਜਾ ਚੁੱਕੇ ਸੀ, ਜਿਹੜੇ ਰਾਜ ਇਸ ਨੂੰ ਜਾਣਦੇ ਸੀ। ਹੜ੍ਹ ਪੀੜਤਾਂ ਵਾਸਤੇ ਅਸੀਂ ਸੇਵਾ ਕਰਨ ਵਾਸਤੇ ਪਟਿਆਲੇ ਜ਼ਿਲ੍ਹੇ ਦੇ ਵਿੱਚ ਸੀ। ਖਾਲਸਾ ਏਡ ਵੱਲੋਂ ਆਪਣੀ ਭਾਈ ਕਨਈਆ ਜੀ NGO ਵੱਲੋਂ ਉੱਥੇ ਸੇਵਾ ਨਿਭਾ ਰਹੇ ਸੀ। ਤਾਂ ਅਚਾਨਕ ਮੇਰੀ ਭੂਆ ਜੀ ਦਾ ਫੋਨ ਮੈਨੂੰ ਆਉਂਦਾ ਹੈ ਕਿ ਬੇਟਾ ਕਿੱਥੇ ਹੈ, ਕੀ ਕਰ ਰਿਹਾ। ਤਾਂ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਪਟਿਆਲੇ ਹਾਂ। ਅਤੇ ਉਹਨਾਂ ਦੇ ਮੂੰਹ 'ਚੋਂ ਅਚਾਨਕ ਆਵਾਜ਼ ਆਉਂਦੀ ਹੈ ਜੋ ਅੱਜ ਤੱਕ ਬੰਦ ਰਹੀ ਕਿ ਬੇਟਾ ਤੇਰੇ ਨਾਨਕੇ ਇੱਧਰ ਹੀ ਸਾਈਡ ਸ਼ਾਇਦ ਹੈ, ਪਟਿਆਲੇ ਜ਼ਿਲ੍ਹੇ ਦੇ ਵਿੱਚ। ਤਾਂ ਮੈਂ ਬਹੁਤ ਹੈਰਾਨ ਹੋਇਆ ਕਿ ਮੈਂ ਉਹਨਾਂ ਨੂੰ ਪੁੱਛਿਆ ਕਿ ਪਲੀਜ਼ ਦੱਸੋਗੇ ਪਿੰਡ ਕਿਹੜਾ ਆ। ਤਾਂ ਮੈਂ ਉਹਨਾਂ ਨੂੰ ਪਿੰਡ ਪੂਰੀ ਤਰ੍ਹਾਂ ਯਾਦ ਨਹੀਂ ਸੀ। ਉਹਨਾਂ ਨੇ ਪਿੰਡ ਦਾ ਨਾਂ ਲਿਆ ਬੋਹੜਪੁਰ। ਤਾਂ ਮੇਰੇ ਇੱਕ ਤਾਇਆ ਜੀ ਸੀ, ਉਹਨਾਂ ਨੂੰ ਮੈਂ ਪੁੱਛਿਆ ਕਿ ਮੈਂ ਉਸ ਪਿੰਡ ਦੇ ਵਿੱਚ ਜਾਣਾ ਚਾਹੁੰਦਾ। ਮੈਂ ਉਸ ਪਿੰਡ ਦੇ ਵਿੱਚ ਗਿਆ। ਪਿੰਡ ਦੇ ਵਿੱਚ ਜਾ ਕੇ ਜਦੋਂ ਮੈਂ ਫਾਈਂਡ ਆਊਟ, ਕਿਉਂਕਿ ਮੈਨੂੰ ਨਾਂ ਤੇ ਕੁਛ ਨਹੀਂ ਸੀ ਯਾਦ, ਆਪਣੇ ਨਾਨਾ ਜੀ ਦਾ, ਨਾਨੀ ਜੀ ਦਾ ਕੋਈ ਵੀ ਕਲਿਊ ਨਹੀਂ ਸੀ ਯਾਦ। ਤਾਂ ਮੈਂ ਆਪਣੇ ਤਾਇਆ ਜੀ ਨੂੰ ਫ਼ੋਨ ਕੀਤਾ ਕਿ ਪਲੀਜ਼ ਮੈਨੂੰ ਕੁਛ ਨਾ ਕੁਛ ਦੱਸੋ ਜਿਹਦੇ ਨਾਲ ਮੈਂ ਆਪਣੇ ਨਾਨਕੇ ਪਰਿਵਾਰ ਨੂੰ ਲੱਭ ਸਕਾਂ। ਤਾਂ ਉਹਨਾਂ ਨੇ ਦੱਸਿਆ ਕਿ ਤੇਰੇ ਨਾਨਾ ਜੀ ਦੀ ਜਿਹੜੀ ਪੈਰਾਲਾਈਜ਼ ਦੇ ਨਾਲ ਜਿਹੜਾ ਉਹ ਮੂੰਹ ਵਿੰਗਾ ਹੋ ਗਿਆ ਸੀ, ਮੈਂ ਦੇਖਿਆ ਸੀ ਉਹਨਾਂ ਨੂੰ। ਤਾਂ ਉਸ ਪਿੰਡ ਦੇ ਵਿੱਚ ਮੈਂ ਕਿਸੇ ਬਜ਼ੁਰਗ ਨੂੰ ਪੁੱਛਿਆ ਕਿ ਤੁਹਾਡੇ ਪਿੰਡ ਦੇ ਵਿੱਚ ਕਿਸੇ ਨੂੰ ਪੈਰਾਲਾਈਜ਼ ਨਾਲ 10 ਸਾਲ ਪਹਿਲਾਂ ਜਾਂ 5 ਸਾਲ ਪਹਿਲਾਂ ਜਾਂ ਪ੍ਰੈਜ਼ੈਂਟ ਕੋਈ ਬਜ਼ੁਰਗ ਹੈ। ਤਾਂ ਉਹਨਾਂ ਨੇ ਸਿਰਫ ਇੱਕੋ ਸ਼ਖਸ ਦਾ ਨਾਂ ਲਿਆ, ਪ੍ਰੀਤਮ ਸਿੰਘ, ਜੋ ਮੇਰੇ ਨਾਨਾ ਜੀ ਸੀ। ਤਾਂ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ, ਸ਼ਾਇਦ ਮੈਂ ਪਹੁੰਚ ਚੁੱਕਿਆ ਸਹੀ ਜਗ੍ਹਾ 'ਤੇ। ਤਾਂ ਜਦੋਂ ਮੈਂ ਉਸ ਘਰ ਦੇ ਵਿੱਚ ਪਹੁੰਚਿਆ, ਦਰਵਾਜ਼ਾ ਖੜਕਾਇਆ, ਇੱਕ ਬਜ਼ੁਰਗ ਨਿਕਲੇ ਨੇ ਬਾਹਰ, ਸ਼ਾਇਦ ਉਹ ਮੇਰੇ ਨਾਨੀ ਸੀ। ਤਾਂ ਮੈਂ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਬੁਲਾਈ, ਅੰਦਰ ਗਏ ਆਪਾਂ ਕਿ ਤੁਹਾਨੂੰ ਮਿਲਣਾ ਸੀ। ਕਹਿੰਦੇ ਆ ਜਾਓ। ਤਾਂ ਉਹ ਪਾਣੀ ਲੈ ਕੇ ਆਏ ਅਤੇ ਮੈਨੂੰ ਕਹਿੰਦੇ ਕਿ ਮੈਂ ਸ਼ਾਇਦ ਤੈਨੂੰ ਦੇਖਿਆ ਕਿਤੇ ਬੇਟਾ, ਨਾਨੀ ਮੇਰੀ। ਤਾਂ ਉਦੋਂ ਮੇਰੀਆਂ ਅੱਖਾਂ 'ਚ ਹੰਝੂ ਆਏ। ਤਾਂ ਮੈਂ ਉਹਨਾਂ ਨੂੰ ਪੁੱਛਣਾ ਸ਼ੁਰੂ ਕੀਤਾ ਕਿ ਤੁਹਾਡੇ ਕਿੰਨੇ ਬੱਚੇ ਆ। ਉਹਨਾਂ ਨੇ ਦੱਸਿਆ ਕਿ ਮੇਰੀਆਂ 4 ਬੇਟੀਆਂ, 1 ਬੇਟਾ ਆ। ਤਾਂ ਪਹਿਲਾਂ ਉਹ ਥੋੜ੍ਹਾ ਝਿਜਕੇ, ਘਬਰਾਏ ਕਿ ਇਹ ਇੰਨੀ ਛਾਣਬੀਨ ਕੌਣ ਕਰ ਰਹੇ ਨੇ, ਅਨਨੋਨ ਪਰਸਨ। ਤਾਂ ਫਿਰ ਉਹਨਾਂ ਨੇ ਦੱਸਿਆ ਕਿ ਹਾਂ, ਮੈਂ ਉਹਨਾਂ ਨੂੰ ਪੁੱਛਿਆ ਕਿ ਕੋਈ ਬੇਟੀ ਤੁਹਾਡੀ ਜਿਨ੍ਹਾਂ ਦੀ ਦੁਬਾਰਾ ਤੁਸੀਂ ਮੈਰਿਜ ਕੀਤੀ ਹੋਏ ਜਾਂ ਉਹਨਾਂ ਦਾ ਹਸਬੈਂਡ ਦੀ ਡੈਥ ਹੋ ਗਈ ਹੋਏ, ਦੁਬਾਰਾ ਲਿਆਂਦਾ ਹੋਵੇ। ਤਾਂ ਉਹਨਾਂ ਨੇ ਦੱਸਿਆ ਕਿ ਹਾਂ, ਇੱਕ ਬੇਟੀ ਸੀ, ਉਹਨੂੰ ਅਸੀਂ ਲੈ ਕੇ ਆਏ ਸੀ, ਉਹਦੇ ਹਸਬੈਂਡ ਦੀ ਡੈਥ ਹੋ ਗਈ, ਅਤੇ ਉਹਦਾ ਇੱਕ ਬੇਟਾ ਸੀਗਾ ਸੋਨੂ। ਅਤੇ ਉਦੋਂ ਮੇਰੀਆਂ ਅੱਖਾਂ ਦੇ ਵਿੱਚ ਹੰਝੂ ਆਏ ਅਤੇ ਮੈਂ ਉੱਠ ਕੇ ਕਿਹਾ ਕਿ ਉਹ ਬਦਨਸੀਬ ਸੋਨੂ ਆ ਤੁਹਾਡੇ ਸਾਹਮਣੇ ਖੜਾ। ਅਤੇ ਮੇਰੀ ਨਾਨੀ ਨੇ ਮੈਨੂੰ ਘੁੱਟ ਕੇ ਜੱਫੀ ਪਾਈ। ਮਾਂ ਪੁੱਤ ਦੇ ਇਸ ਲੰਬੇ ਵਿਛੋੜੇ ਅਤੇ ਫਿਰ ਮੁੜ ਮਿਲਾਪ ਦੀ ਦਾਸਤਾਨ ਨੇ ਸਭ ਨੂੰ ਭਾਵੁਕ ਕਰ ਦਿੱਤਾ ਹੈ ਅਤੇ ਸਭ ਦੇ ਮੂੰਹੋਂ ਉਸ ਡਾਢੇ ਰੱਬ ਸਾਹਮਣੇ ਅਰਜ਼ ਨਿਕਲੀ ਹੈ ਕਿ ਕਦੇ ਦੂਰ ਨਾ ਕਰੀ ਬੱਚਿਆਂ ਤੋਂ ਮਾਵਾਂ। ਬਿਊਰੋ ਰਿਪੋਰਟ, PTC ਨਿਊਜ਼। तेजी नाल वायरल हो रही इस वीडियो ने सब नूं भावुक कीता है।
ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਮਾਂ ਅਤੇ ਪੁੱਤ ਦੇ ਮੁੜ ਮਿਲਾਪ ਦੀ ਹੈ। ਜੀ ਹਾਂ, 35 ਸਾਲਾਂ ਬਾਅਦ ਇੱਕ ਪੁੱਤ ਆਪਣੀ ਮਾਂ ਨੂੰ ਮਿਲਣ ਚਾਹੁੰਦਾ ਹੈ ਅਤੇ ਉਸ ਸਮੇਂ ਇਹ ਭਾਵੁਕ ਪਲ ਬਣਦੇ ਨੇ। ਆਖਰ ਇਹਨੇ ਲੰਬੇ ਵਿਛੋੜੇ ਦਾ ਕਾਰਨ ਕੀ ਰਿਹਾ ਅਤੇ ਮੁੜ ਕਿਵੇਂ ਮਿਲੇ ਨੇ ਮਾਂ ਪੁੱਤ, ਤੁਹਾਡੇ ਨਾਲ ਇਹ ਕਿੱਸਾ ਵੀ ਸਾਂਝਾ ਕਰਦੇ ਹਾਂ। सतगुर की सेवा सफल है जो को करे चित लाए। ਇਹ ਸ਼ਬਦ ਤਾਂ ਤੁਸੀਂ ਸੁਣਿਆ ਹੀ ਹੋਵੇਗਾ, ਬਸ ਇਸੇ ਸ਼ਬਦਾਂ ਦੇ ਉਦਾਹਰਣ ਹੈ ਇੱਕ ਕਿੱਸਾ। ਦਰਅਸਲ ਖਾਲਸਾ ਏਡ ਦੇ ਵਲੰਟੀਅਰ ਜਗਜੀਤ ਸਿੰਘ ਕਾਦੀਆਂ ਪਟਿਆਲਾ 'ਚ ਹੜ੍ਹ ਪੀੜਤਾਂ ਦੀ ਸੇਵਾ 'ਚ ਲੱਗੇ ਹੋਏ ਸੀ, ਜਿੱਥੇ ਉਹਨਾਂ ਨੂੰ ਇਹ ਪਤਾ ਲੱਗਦਾ ਹੈ ਕਿ 35 ਸਾਲ ਪਹਿਲਾਂ ਵਿਛੜੇ ਉਹਨਾਂ ਦੇ ਮਾਤਾ ਜੀ ਇੱਥੇ ਰਹਿੰਦੇ ਨੇ। ਤਾਂ ਜਗਜੀਤ ਸਿੰਘ ਕਿਵੇਂ ਆਪਣੀ ਮਾਤਾ ਨੂੰ ਲੱਭਦੇ ਨੇ, ਸੁਣੋ ਉਹਨਾਂ ਦੀ ਜ਼ੁਬਾਨੀ। ਮੈਂ 6 ਮਹੀਨਿਆਂ ਦੀ ਸੀ ਜਦੋਂ ਮੇਰੇ ਫਾਦਰ ਸਾਹਿਬ ਦੀ ਮੌਤ ਹੋ ਗਈ ਹਰਿਆਣੇ ਦੇ ਵਿੱਚ। ਫਾਦਰ ਸਾਹਿਬ ਦੀ ਮੌਤ ਤੋਂ ਬਾਅਦ ਮੇਰੇ ਨਾਨਕਾ ਪਰਿਵਾਰ ਜਾਂ ਮੇਰੇ ਦਾਦਕਾ ਪਰਿਵਾਰ ਦਾ ਆਪਸ ਦੇ ਵਿੱਚ ਪਤਾ ਨਹੀਂ ਕੀ ਸਮਝੌਤਾ ਹੋਇਆ ਜਾਂ ਜੋ ਕੁਝ ਵੀ ਹੈ ਸਮਾਜਿਕ ਕ੍ਰਿਤੀਆਂ ਦੇ ਕਾਰਨ ਮੇਰੀ ਮਾਂ ਨਾਲੋਂ ਮੈਂ 2-3 ਸਾਲ ਦਾ ਸੀ ਜਦੋਂ ਮੈਨੂੰ ਵਿਛੋੜਿਆ ਗਿਆ। ਤਾਂ ਮੇਰੀ ਦਾਦੇ ਨੇ ਮੈਨੂੰ ਪਾਲਿਆ। ਦਾਦੀ ਜੀ ਦੀ ਮੌਤ ਤੋਂ ਬਾਅਦ ਜਦੋਂ ਮੈਂ ਘਰ ਦੇ ਵਿੱਚ ਆਪਣਾ ਮੇਨਟੇਨ ਕਰਨਾ ਸ਼ੁਰੂ ਕੀਤਾ, ਘਰ ਦੀ ਸਾਫ਼ ਸਫਾਈ, ਤਾਂ ਮੈਨੂੰ ਉਹਦੇ ਵਿੱਚੋਂ ਐਲਬਮਸ ਲੱਭੀਆਂ ਮੇਰੇ ਮੰਮੀ ਡੈਡੀ ਦੇ ਵਿਆਹ ਦੀਆਂ। ਤਾਂ ਉਸ ਸਮੇਂ ਮੈਂ ਆਪਣੇ ਫਾਦਰ ਸਾਹਿਬ ਨੂੰ, ਦਾਦਾ ਜੀ ਨੂੰ ਪੁੱਛਿਆ ਕਿ ਇਹ ਐਲਬਮ ਕਿਹਦੀ ਹੈ। ਤਾਂ ਫਿਰ ਉਹਨਾਂ ਨੇ ਦੱਸਿਆ ਕਿ ਇਹ ਤੇਰੇ ਮੰਮੀ ਡੈਡੀ ਸੀ ਜਿਨ੍ਹਾਂ ਦੀ ਐਕਸੀਡੈਂਟ ਕਾਰਨ ਮੌਤ ਹੋ ਗਈ, ਤਾਂ ਅਸੀਂ ਤੈਨੂੰ ਇਹ ਚੀਜ਼ ਅੱਜ ਤੱਕ ਨਹੀਂ ਦੱਸੀ। ਉਹਨਾਂ ਨੇ ਵੀ ਉਦੋਂ ਇਹ ਨਹੀਂ ਦੱਸਿਆ ਕਿ ਤੇਰੀ ਮਾਂ ਹੈ। ਮੇਰੇ ਦਾਦਾ ਜੀ ਦੀ ਵੀ ਡੈਥ ਹੋ ਗਈ। ਤਾਂ ਮੈਨੂੰ ਜਦੋਂ ਤੱਕ ਪਤਾ ਲੱਗਿਆ ਕਿ ਮੇਰੀ ਮਾਂ ਇਸ ਦੁਨੀਆ ਤੇ ਹੈ, ਜਿਹੜੀ ਮੈਨੂੰ ਛੱਡ ਕੇ ਗਈ ਸੀ, ਉਦੋਂ ਤੱਕ ਜਿਹੜੇ ਇਸ ਰਾਜ਼ ਨੂੰ ਜਾਣਦੇ ਸੀ, ਮੇਰੇ ਦਾਦੀ ਦਾਦਾ ਜੀ, ਮੇਰੇ ਤਾਈ ਤਾਇਆ ਜੀ, ਉਹ ਇਸ ਦੁਨੀਆ ਤੋਂ ਜਾ ਚੁੱਕੇ ਸੀ, ਜਿਹੜੇ ਰਾਜ਼ ਇਸ ਨੂੰ ਜਾਣਦੇ ਸੀ। ਹੜ੍ਹ ਪੀੜਤਾਂ ਵਾਸਤੇ ਅਸੀਂ ਸੇਵਾ ਕਰਨ ਵਾਸਤੇ ਪਟਿਆਲੇ ਜ਼ਿਲ੍ਹੇ ਦੇ ਵਿੱਚ ਸੀ। ਖਾਲਸਾ ਏਡ ਵੱਲੋਂ ਆਪਣੀ ਭਾਈ ਕਨਈਆ ਜੀ NGO ਵੱਲੋਂ ਉੱਥੇ ਸੇਵਾ ਨਿਭਾ ਰਹੇ ਸੀ। ਤਾਂ ਅਚਾਨਕ ਮੇਰੀ ਭੂਆ ਜੀ ਦਾ ਫੋਨ ਮੈਨੂੰ ਆਉਂਦਾ ਹੈ ਕਿ ਬੇਟਾ ਕਿੱਥੇ ਹੈ, ਕੀ ਕਰ ਰਿਹਾ। ਤਾਂ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਪਟਿਆਲੇ ਹਾਂ। ਤੇ ਉਹਨਾਂ ਦੇ ਮੂੰਹ 'ਚੋਂ ਅਚਾਨਕ ਆਵਾਜ਼ ਆਉਂਦੀ ਹੈ ਜੋ ਅੱਜ ਤੱਕ ਬੰਦ ਰਹੀ ਕਿ ਬੇਟਾ ਤੇਰੇ ਨਾਨਕੇ ਇੱਧਰ ਹੀ ਸਾਈਡ ਸ਼ਾਇਦ ਹੈ, ਪਟਿਆਲੇ ਜ਼ਿਲ੍ਹੇ ਦੇ ਵਿੱਚ। ਤਾਂ ਮੈਂ ਬਹੁਤ ਹੈਰਾਨ ਹੋਇਆ ਕਿ ਮੈਂ ਉਹਨਾਂ ਨੂੰ ਪੁੱਛਿਆ ਕਿ ਪਲੀਜ਼ ਦੱਸੋਗੇ ਪਿੰਡ ਕਿਹੜਾ ਆ। ਤਾਂ ਮੈਂ ਉਹਨਾਂ ਨੂੰ ਪਿੰਡ ਪੂਰੀ ਤਰ੍ਹਾਂ ਯਾਦ ਨਹੀਂ ਸੀ। ਉਹਨਾਂ ਨੇ ਪਿੰਡ ਦਾ ਨਾਂ ਲਿਆ ਬੋਹੜਪੁਰ। ਤਾਂ ਮੇਰੇ ਇੱਕ ਤਾਇਆ ਜੀ ਸੀ, ਉਹਨਾਂ ਨੂੰ ਮੈਂ ਪੁੱਛਿਆ ਕਿ ਮੈਂ ਉਸ ਪਿੰਡ ਦੇ ਵਿੱਚ ਜਾਣਾ ਚਾਹੁੰਦਾ। ਮੈਂ ਉਸ ਪਿੰਡ ਦੇ ਵਿੱਚ ਗਿਆ। ਪਿੰਡ ਦੇ ਵਿੱਚ ਜਾ ਕੇ ਜਦੋਂ ਮੈਂ ਫਾਈਂਡ ਆਊਟ, ਕਿਉਂਕਿ ਮੈਨੂੰ ਨਾਂ ਤੇ ਕੁਛ ਨਹੀਂ ਸੀ ਯਾਦ, ਆਪਣੇ ਨਾਨਾ ਜੀ ਦਾ, ਨਾਨੀ ਜੀ ਦਾ ਕੋਈ ਵੀ ਕਲਿਊ ਨਹੀਂ ਸੀ ਯਾਦ। ਤਾਂ ਮੈਂ ਆਪਣੇ ਤਾਇਆ ਜੀ ਨੂੰ ਫ਼ੋਨ ਕੀਤਾ ਕਿ ਪਲੀਜ਼ ਮੈਨੂੰ ਕੁਛ ਨਾ ਕੁਛ ਦੱਸੋ ਜਿਹਦੇ ਨਾਲ ਮੈਂ ਆਪਣੇ ਨਾਨਕੇ ਪਰਿਵਾਰ ਨੂੰ ਲੱਭ ਸਕਾਂ। ਤਾਂ ਉਹਨਾਂ ਨੇ ਦੱਸਿਆ ਕਿ ਤੇਰੇ ਨਾਨਾ ਜੀ ਦੀ ਜਿਹੜੀ ਪੈਰਾਲਾਈਜ਼ ਦੇ ਨਾਲ ਜਿਹੜਾ ਉਹ ਮੂੰਹ ਵਿੰਗਾ ਹੋ ਗਿਆ ਸੀ, ਮੈਂ ਦੇਖਿਆ ਸੀ ਉਹਨਾਂ ਨੂੰ। ਤਾਂ ਉਸ ਪਿੰਡ ਦੇ ਵਿੱਚ ਮੈਂ ਕਿਸੇ ਬਜ਼ੁਰਗ ਨੂੰ ਪੁੱਛਿਆ ਕਿ ਤੁਹਾਡੇ ਪਿੰਡ ਦੇ ਵਿੱਚ ਕਿਸੇ ਨੂੰ ਪੈਰਾਲਾਈਜ਼ ਨਾਲ 10 ਸਾਲ ਪਹਿਲਾਂ ਜਾਂ 5 ਸਾਲ ਪਹਿਲਾਂ ਜਾਂ ਪ੍ਰੈਜ਼ੈਂਟ ਕੋਈ ਬਜ਼ੁਰਗ ਹੈ। ਤਾਂ ਉਹਨਾਂ ਨੇ ਸਿਰਫ ਇੱਕੋ ਸ਼ਖਸ ਦਾ ਨਾਂ ਲਿਆ, ਪ੍ਰੀਤਮ ਸਿੰਘ, ਜੋ ਮੇਰੇ ਨਾਨਾ ਜੀ ਸੀ। ਤਾਂ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ, ਸ਼ਾਇਦ ਮੈਂ ਪਹੁੰਚ ਚੁੱਕਿਆ ਸਹੀ ਜਗ੍ਹਾ 'ਤੇ। ਤਾਂ ਜਦੋਂ ਮੈਂ ਉਸ ਘਰ ਦੇ ਵਿੱਚ ਪਹੁੰਚਿਆ, ਦਰਵਾਜ਼ਾ ਖੜਕਾਇਆ, ਇੱਕ ਬਜ਼ੁਰਗ ਨਿਕਲੇ ਨੇ ਬਾਹਰ, ਸ਼ਾਇਦ ਉਹ ਮੇਰੇ ਨਾਨੀ ਸੀ। ਤਾਂ ਮੈਂ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਬੁਲਾਈ, ਅੰਦਰ ਗਏ ਆਪਾਂ, ਕਿ ਤੁਹਾਨੂੰ ਮਿਲਣਾ ਸੀ। ਕਹਿੰਦੇ ਆ ਜਾਓ। ਤਾਂ ਉਹ ਪਾਣੀ ਲੈ ਕੇ ਆਏ ਤੇ ਮੈਨੂੰ ਕਹਿੰਦੇ ਕਿ ਮੈਂ ਸ਼ਾਇਦ ਤੈਨੂੰ ਦੇਖਿਆ ਕਿਤੇ ਬੇਟਾ, ਨਾਨੀ ਮੇਰੀ। ਤਾਂ ਉਦੋਂ ਮੇਰੀਆਂ ਅੱਖਾਂ 'ਚ ਹੰਝੂ ਆਏ। ਤਾਂ ਮੈਂ ਉਹਨਾਂ ਨੂੰ ਪੁੱਛਣਾ ਸ਼ੁਰੂ ਕੀਤਾ ਕਿ ਤੁਹਾਡੇ ਕਿੰਨੇ ਬੱਚੇ ਆ। ਉਹਨਾਂ ਨੇ ਦੱਸਿਆ ਕਿ ਮੇਰੀਆਂ 4 ਬੇਟੀਆਂ, 1 ਬੇਟਾ ਆ। ਤਾਂ ਪਹਿਲਾਂ ਉਹ ਥੋੜ੍ਹਾ ਝਿਜਕੇ, ਘਬਰਾਏ ਕਿ ਇਹ ਇੰਨੀ ਛਾਣਬੀਣ ਕੌਣ ਕਰ ਰਹੇ ਨੇ, ਅਨਨੋਨ ਪਰਸਨ। ਤਾਂ ਫਿਰ ਉਹਨਾਂ ਨੇ ਦੱਸਿਆ ਕਿ ਹਾਂ, ਮੈਂ ਉਹਨਾਂ ਨੂੰ ਪੁੱਛਿਆ ਕਿ ਕੋਈ ਬੇਟੀ ਤੁਹਾਡੀ ਜਿਨ੍ਹਾਂ ਦੀ ਦੁਬਾਰਾ ਤੁਸੀਂ ਮੈਰਿਜ ਕੀਤੀ ਹੋਏ ਜਾਂ ਉਹਨਾਂ ਦਾ ਹਸਬੈਂਡ ਦੀ ਡੈਥ ਹੋ ਗਈ ਹੋਏ, ਦੁਬਾਰਾ ਲਿਆਂਦਾ ਹੋਵੇ। ਤਾਂ ਉਹਨਾਂ ਨੇ ਦੱਸਿਆ ਕਿ ਹਾਂ, ਇੱਕ ਬੇਟੀ ਸੀ, ਉਹਨੂੰ ਅਸੀਂ ਲੈ ਕੇ ਆਏ ਸੀ, ਉਹਦੇ ਹਸਬੈਂਡ ਦੀ ਡੈਥ ਹੋ ਗਈ, ਤੇ ਉਹਦਾ ਇੱਕ ਬੇਟਾ ਸੀਗਾ ਸੋਨੂ। ਤੇ ਉਦੋਂ ਮੇਰੀਆਂ ਅੱਖਾਂ ਦੇ ਵਿੱਚ ਹੰਝੂ ਆਏ ਤੇ ਮੈਂ ਉੱਠ ਕੇ ਕਿਹਾ ਕਿ ਉਹ ਬਦਨਸੀਬ ਸੋਨੂ ਆ ਤੁਹਾਡੇ ਸਾਹਮਣੇ ਖੜਾ। ਤੇ ਮੇਰੀ ਨਾਨੀ ਨੇ ਮੈਨੂੰ ਘੁੱਟ ਕੇ ਜੱਫੀ ਪਾਈ। ਮਾਂ ਪੁੱਤ ਦੇ ਇਸ ਲੰਬੇ ਵਿਛੋੜੇ ਅਤੇ ਫਿਰ ਮੁੜ ਮਿਲਾਪ ਦੀ ਦਾਸਤਾਨ ਨੇ ਸਭ ਨੂੰ ਭਾਵੁਕ ਕਰ ਦਿੱਤਾ ਹੈ ਅਤੇ ਸਭ ਦੇ ਮੂੰਹੋਂ ਉਸ ਡਾਢੇ ਰੱਬ ਸਾਹਮਣੇ ਅਰਜ਼ ਨਿਕਲੀ ਹੈ ਕਿ ਕਦੇ ਦੂਰ ਨਾ ਕਰੀ ਬੱਚਿਆਂ ਤੋਂ ਮਾਵਾਂ। ਬਿਊਰੋ ਰਿਪੋਰਟ, PTC ਨਿਊਜ਼। ਤੇਜ਼ੀ ਨਾਲ ਵਾਇਰਲ ਹੋ ਰਹੀ ਇਸ ਵੀਡੀਓ ਨੇ ਸਭ ਨੂੰ ਭਾਵੁਕ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਮਾਂ ਅਤੇ ਪੁੱਤ ਦੇ ਮੁੜ ਮਿਲਾਪ ਦੀ ਹੈ। ਜੀ ਹਾਂ, 35 ਸਾਲਾਂ ਬਾਅਦ
ਇੱਕ ਪੁੱਤ ਆਪਣੀ ਮਾਂ ਨੂੰ ਮਿਲਣ ਚਾਹੁੰਦਾ ਹੈ ਅਤੇ ਉਸ ਸਮੇਂ ਇਹ ਭਾਵੁਕ ਪਲ ਬਣਦੇ ਨੇ। ਆਖਰ ਇਹਨੇ ਲੰਬੇ ਵਿਛੋੜੇ ਦਾ ਕਾਰਨ ਕੀ ਰਿਹਾ ਅਤੇ ਮੁੜ ਕਿਵੇਂ ਮਿਲੇ ਨੇ ਮਾਂ ਪੁੱਤ, ਤੁਹਾਡੇ ਨਾਲ ਇਹ ਕਿੱਸਾ ਵੀ ਸਾਂਝਾ ਕਰਦੇ ਹਾਂ। सतगुर की सेवा सफल है जो को करे चित लाए। ਇਹ ਸ਼ਬਦ ਤਾਂ ਤੁਸੀਂ ਸੁਣਿਆ ਹੀ ਹੋਵੇਗਾ, ਬਸ ਇਸੇ ਸ਼ਬਦਾਂ ਦੇ ਉਦਾਹਰਣ ਹੈ ਇੱਕ ਕਿੱਸਾ। ਦਰਅਸਲ ਖਾਲਸਾ ਏਡ ਦੇ ਵਲੰਟੀਅਰ ਜਗਜੀਤ ਸਿੰਘ ਕਾਦੀਆਂ ਪਟਿਆਲਾ 'ਚ ਹੜ੍ਹ ਪੀੜਤਾਂ ਦੀ ਸੇਵਾ 'ਚ ਲੱਗੇ ਹੋਏ ਸੀ, ਜਿੱਥੇ ਉਹਨਾਂ ਨੂੰ ਇਹ ਪਤਾ ਲੱਗਦਾ ਹੈ ਕਿ 35 ਸਾਲ ਪਹਿਲਾਂ ਵਿਛੜੇ ਉਹਨਾਂ ਦੇ ਮਾਤਾ ਜੀ ਇੱਥੇ ਰਹਿੰਦੇ ਨੇ। ਤਾਂ ਜਗਜੀਤ ਸਿੰਘ ਕਿਵੇਂ ਆਪਣੀ ਮਾਤਾ ਨੂੰ ਲੱਭਦੇ ਨੇ, ਸੁਣੋ ਉਹਨਾਂ ਦੀ ਜ਼ੁਬਾਨੀ। ਮੈਂ 6 ਮਹੀਨਿਆਂ ਦੀ ਸੀ ਜਦੋਂ ਮੇਰੇ ਫਾਦਰ ਸਾਹਿਬ ਦੀ ਮੌਤ ਹੋ ਗਈ ਹਰਿਆਣੇ ਦੇ ਵਿੱਚ। ਫਾਦਰ ਸਾਹਿਬ ਦੀ ਮੌਤ ਤੋਂ ਬਾਅਦ ਮੇਰੇ ਨਾਨਕਾ ਪਰਿਵਾਰ ਜਾਂ ਮੇਰੇ ਦਾਦਕਾ ਪਰਿਵਾਰ ਦਾ ਆਪਸ ਦੇ ਵਿੱਚ ਪਤਾ ਨਹੀਂ ਕੀ ਸਮਝੌਤਾ ਹੋਇਆ ਜਾਂ ਜੋ ਕੁਝ ਵੀ ਹੈ ਸਮਾਜਿਕ ਕ੍ਰਿਤੀਆਂ ਦੇ ਕਾਰਨ ਮੇਰੀ ਮਾਂ ਨਾਲੋਂ ਮੈਂ 2-3 ਸਾਲ ਦਾ ਸੀ ਜਦੋਂ ਮੈਨੂੰ ਵਿਛੋੜਿਆ ਗਿਆ। ਤਾਂ ਮੇਰੀ ਦਾਦੇ ਨੇ ਮੈਨੂੰ ਪਾਲਿਆ। ਦਾਦੀ ਜੀ ਦੀ ਮੌਤ ਤੋਂ ਬਾਅਦ ਜਦੋਂ ਮੈਂ ਘਰ ਦੇ ਵਿੱਚ ਆਪਣਾ ਮੇਨਟੇਨ ਕਰਨਾ ਸ਼ੁਰੂ ਕੀਤਾ, ਘਰ ਦੀ ਸਾਫ਼ ਸਫਾਈ, ਤਾਂ ਮੈਨੂੰ ਉਹਦੇ ਵਿੱਚੋਂ ਐਲਬਮਸ ਲੱਭੀਆਂ ਮੇਰੇ ਮੰਮੀ ਡੈਡੀ ਦੇ ਵਿਆਹ ਦੀਆਂ। ਤਾਂ ਉਸ ਸਮੇਂ ਮੈਂ ਆਪਣੇ ਫਾਦਰ ਸਾਹਿਬ ਨੂੰ, ਦਾਦਾ ਜੀ ਨੂੰ ਪੁੱਛਿਆ ਕਿ ਇਹ ਐਲਬਮ ਕਿਹਦੀ ਹੈ। ਤਾਂ ਫਿਰ ਉਹਨਾਂ ਨੇ ਦੱਸਿਆ ਕਿ ਇਹ ਤੇਰੇ ਮੰਮੀ ਡੈਡੀ ਸੀ ਜਿਨ੍ਹਾਂ ਦੀ ਐਕਸੀਡੈਂਟ ਕਾਰਨ ਮੌਤ ਹੋ ਗਈ, ਤਾਂ ਅਸੀਂ ਤੈਨੂੰ ਇਹ ਚੀਜ਼ ਅੱਜ ਤੱਕ ਨਹੀਂ ਦੱਸੀ। ਉਹਨਾਂ ਨੇ ਵੀ ਉਦੋਂ ਇਹ ਨਹੀਂ ਦੱਸਿਆ ਕਿ ਤੇਰੀ ਮਾਂ ਹੈ। ਮੇਰੇ ਦਾਦਾ ਜੀ ਦੀ ਵੀ ਡੈਥ ਹੋ ਗਈ, ਤਾਂ ਮੈਨੂੰ ਜਦੋਂ ਤੱਕ ਪਤਾ ਲੱਗਿਆ ਕਿ ਮੇਰੀ ਮਾਂ ਇਸ ਦੁਨੀਆ ਤੇ ਹੈ ਜਿਹੜੀ ਮੈਨੂੰ ਛੱਡ ਕੇ ਗਈ ਸੀ, ਉਦੋਂ ਤੱਕ ਜਿਹੜੇ ਇਸ ਰਾਜ਼ ਨੂੰ ਜਾਣਦੇ ਸੀ, ਮੇਰੇ ਦਾਦੀ ਦਾਦਾ ਜੀ, ਮੇਰੇ ਤਾਈ ਤਾਇਆ ਜੀ, ਉਹ ਇਸ ਦੁਨੀਆ ਤੋਂ ਜਾ ਚੁੱਕੇ ਸੀ ਜਿਹੜੇ ਰਾਜ਼ ਇਸ ਨੂੰ ਜਾਣਦੇ ਸੀ। ਹੜ੍ਹ ਪੀੜਤਾਂ ਵਾਸਤੇ ਅਸੀਂ ਸੇਵਾ ਕਰਨ ਵਾਸਤੇ ਪਟਿਆਲੇ ਜ਼ਿਲ੍ਹੇ ਦੇ ਵਿੱਚ ਸੀ। ਖਾਲਸਾ ਏਡ ਵੱਲੋਂ ਆਪਣੀ ਭਾਈ ਕਨਈਆ ਜੀ NGO ਵੱਲੋਂ ਉੱਥੇ ਸੇਵਾ ਨਿਭਾ ਰਹੇ ਸੀ। ਤਾਂ ਅਚਾਨਕ ਮੇਰੀ ਭੂਆ ਜੀ ਦਾ ਫੋਨ ਮੈਨੂੰ ਆਉਂਦਾ ਹੈ ਕਿ ਬੇਟਾ ਕਿੱਥੇ ਹੈ, ਕੀ ਕਰ ਰਿਹਾ। ਤਾਂ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਪਟਿਆਲੇ ਹਾਂ। ਤੇ ਉਹਨਾਂ ਦੇ ਮੂੰਹ 'ਚੋਂ ਅਚਾਨਕ ਆਵਾਜ਼ ਆਉਂਦੀ ਹੈ ਜੋ ਅੱਜ ਤੱਕ ਬੰਦ ਰਹੀ ਕਿ ਬੇਟਾ ਤੇਰੇ ਨਾਨਕੇ ਇੱਧਰ ਹੀ ਸਾਈਡ ਸ਼ਾਇਦ ਹੈ, ਪਟਿਆਲੇ ਜ਼ਿਲ੍ਹੇ ਦੇ ਵਿੱਚ। ਤਾਂ ਮੈਂ ਬਹੁਤ ਹੈਰਾਨ ਹੋਇਆ ਕਿ ਮੈਂ ਉਹਨਾਂ ਨੂੰ ਪੁੱਛਿਆ ਕਿ ਪਲੀਜ਼ ਦੱਸੋਗੇ ਪਿੰਡ ਕਿਹੜਾ ਆ। ਤਾਂ ਮੈਂ ਉਹਨਾਂ ਨੂੰ ਪਿੰਡ ਪੂਰੀ ਤਰ੍ਹਾਂ ਯਾਦ ਨਹੀਂ ਸੀ। ਉਹਨਾਂ ਨੇ ਪਿੰਡ ਦਾ ਨਾਂ ਲਿਆ ਬੋਹੜਪੁਰ। ਤਾਂ ਮੇਰੇ ਇੱਕ ਤਾਇਆ ਜੀ ਸੀ, ਉਹਨਾਂ ਨੂੰ ਮੈਂ ਪੁੱਛਿਆ ਕਿ ਮੈਂ ਉਸ ਪਿੰਡ ਦੇ ਵਿੱਚ ਜਾਣਾ ਚਾਹੁੰਦਾ। ਮੈਂ ਉਸ ਪਿੰਡ ਦੇ ਵਿੱਚ ਗਿਆ। ਪਿੰਡ ਦੇ ਵਿੱਚ ਜਾ ਕੇ ਜਦੋਂ ਮੈਂ ਫਾਈਂਡ ਆਊਟ, ਕਿਉਂਕਿ ਮੈਨੂੰ ਨਾਂ ਤੇ ਕੁਛ ਨਹੀਂ ਸੀ ਯਾਦ, ਆਪਣੇ ਨਾਨਾ ਜੀ ਦਾ, ਨਾਨੀ ਜੀ ਦਾ ਕੋਈ ਵੀ ਕਲਿਊ ਨਹੀਂ ਸੀ ਯਾਦ। ਤਾਂ ਮੈਂ ਆਪਣੇ ਤਾਇਆ ਜੀ ਨੂੰ ਫ਼ੋਨ ਕੀਤਾ ਕਿ ਪਲੀਜ਼ ਮੈਨੂੰ ਕੁਛ ਨਾ ਕੁਛ ਦੱਸੋ ਜਿਹਦੇ ਨਾਲ ਮੈਂ ਆਪਣੇ ਨਾਨਕੇ ਪਰਿਵਾਰ ਨੂੰ ਲੱਭ ਸਕਾਂ। ਤਾਂ ਉਹਨਾਂ ਨੇ ਦੱਸਿਆ ਕਿ ਤੇਰੇ ਨਾਨਾ ਜੀ ਦੀ ਜਿਹੜੀ ਪੈਰਾਲਾਈਜ਼ ਦੇ ਨਾਲ ਜਿਹੜਾ ਉਹ ਮੂੰਹ ਵਿੰਗਾ ਹੋ ਗਿਆ ਸੀ, ਮੈਂ ਦੇਖਿਆ ਸੀ ਉਹਨਾਂ ਨੂੰ। ਤਾਂ ਉਸ ਪਿੰਡ ਦੇ ਵਿੱਚ ਮੈਂ ਕਿਸੇ ਬਜ਼ੁਰਗ ਨੂੰ ਪੁੱਛਿਆ ਕਿ ਤੁਹਾਡੇ ਪਿੰਡ ਦੇ ਵਿੱਚ ਕਿਸੇ ਨੂੰ ਪੈਰਾਲਾਈਜ਼ ਨਾਲ 10 ਸਾਲ ਪਹਿਲਾਂ ਜਾਂ 5 ਸਾਲ ਪਹਿਲਾਂ ਜਾਂ ਪ੍ਰੈਜ਼ੈਂਟ ਕੋਈ ਬਜ਼ੁਰਗ ਹੈ। ਤਾਂ ਉਹਨਾਂ ਨੇ ਸਿਰਫ ਇੱਕੋ ਸ਼ਖਸ ਦਾ ਨਾਂ ਲਿਆ, ਪ੍ਰੀਤਮ ਸਿੰਘ, ਜੋ ਮੇਰੇ ਨਾਨਾ ਜੀ ਸੀ। ਤਾਂ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ, ਸ਼ਾਇਦ ਮੈਂ ਪਹੁੰਚ ਚੁੱਕਿਆ ਸਹੀ ਜਗ੍ਹਾ 'ਤੇ। ਤਾਂ ਜਦੋਂ ਮੈਂ ਉਸ ਘਰ ਦੇ ਵਿੱਚ ਪਹੁੰਚਿਆ, ਦਰਵਾਜ਼ਾ ਖੜਕਾਇਆ, ਇੱਕ ਬਜ਼ੁਰਗ ਨਿਕਲੇ ਨੇ ਬਾਹਰ, ਸ਼ਾਇਦ ਉਹ ਮੇਰੇ ਨਾਨੀ ਸੀ। ਤਾਂ ਮੈਂ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਬੁਲਾਈ, ਅੰਦਰ ਗਏ। ਆਪਾਂ ਕਿਹਾ ਤੁਹਾਨੂੰ ਮਿਲਣਾ ਸੀ, ਕਹਿੰਦੇ ਆ ਜਾਓ। ਤਾਂ ਉਹ ਪਾਣੀ ਲੈ ਕੇ ਆਏ ਤੇ ਮੈਨੂੰ ਕਹਿੰਦੇ ਕਿ ਮੈਂ ਸ਼ਾਇਦ ਤੈਨੂੰ ਦੇਖਿਆ ਕਿਤੇ ਬੇਟਾ, ਨਾਨੀ ਮੇਰੀ। ਤਾਂ ਉਦੋਂ ਮੇਰੀਆਂ ਅੱਖਾਂ 'ਚ ਹੰਝੂ ਆਏ। ਤਾਂ ਮੈਂ ਉਹਨਾਂ ਨੂੰ ਪੁੱਛਣਾ ਸ਼ੁਰੂ ਕੀਤਾ ਕਿ ਤੁਹਾਡੇ ਕਿੰਨੇ ਬੱਚੇ ਆ। ਉਹਨਾਂ ਨੇ ਦੱਸਿਆ ਕਿ ਮੇਰੀਆਂ 4 ਬੇਟੀਆਂ, 1 ਬੇਟਾ ਆ। ਤਾਂ ਪਹਿਲਾਂ ਉਹ ਥੋੜ੍ਹਾ ਝਿਜਕੇ ਘਬਰਾਏ ਕਿ ਇਹ ਇੰਨੀ ਛਾਣਬੀਣ ਕੌਣ ਕਰ ਰਹੇ ਨੇ, ਅਨਨੋਨ ਪਰਸਨ। ਤਾਂ ਫਿਰ ਉਹਨਾਂ ਨੇ ਦੱਸਿਆ ਕਿ ਹਾਂ, ਮੈਂ ਉਹਨਾਂ ਨੂੰ ਪੁੱਛਿਆ ਕਿ ਕੋਈ ਬੇਟੀ ਤੁਹਾਡੀ ਜਿਨ੍ਹਾਂ ਦੀ ਦੁਬਾਰਾ ਤੁਸੀਂ ਮੈਰਿਜ ਕੀਤੀ ਹੋਏ ਜਾਂ ਉਹਨਾਂ ਦਾ ਹਸਬੈਂਡ ਦੀ ਡੈਥ ਹੋ ਗਈ ਹੋਏ, ਦੁਬਾਰਾ ਲਿਆਂਦਾ ਹੋਵੇ। ਤਾਂ ਉਹਨਾਂ ਨੇ ਦੱਸਿਆ ਕਿ ਹਾਂ, ਇੱਕ ਬੇਟੀ ਸੀ, ਉਹਨੂੰ ਅਸੀਂ ਲੈ ਕੇ ਆਏ ਸੀ, ਉਹਦੇ ਹਸਬੈਂਡ ਦੀ ਡੈਥ ਹੋ ਗਈ, ਤੇ ਉਹਦਾ ਇੱਕ ਬੇਟਾ ਸੀਗਾ ਸੋਨੂ। ਤੇ ਉਦੋਂ ਮੇਰੀਆਂ ਅੱਖਾਂ ਦੇ ਵਿੱਚ ਹੰਝੂ ਆਏ ਤੇ ਮੈਂ ਉੱਠ ਕੇ ਕਿਹਾ ਕਿ ਉਹ ਬਦਨਸੀਬ ਸੋਨੂ ਆ ਤੁਹਾਡੇ ਸਾਹਮਣੇ ਖੜਾ। ਤੇ ਮੇਰੀ ਨਾਨੀ ਨੇ ਮੈਨੂੰ ਘੁੱਟ ਕੇ ਜੱਫੀ ਪਾਈ। ਮਾਂ ਪੁੱਤ ਦੇ ਇਸ ਲੰਬੇ ਵਿਛੋੜੇ ਅਤੇ ਫਿਰ ਮੁੜ ਮਿਲਾਪ ਦੀ ਦਾਸਤਾਨ ਨੇ ਸਭ ਨੂੰ ਭਾਵੁਕ ਕਰ ਦਿੱਤਾ ਹੈ ਅਤੇ ਸਭ ਦੇ ਮੂੰਹੋਂ ਉਸ ਡਾਢੇ ਰੱਬ ਸਾਹਮਣੇ ਅਰਜ਼ ਨਿਕਲੀ ਹੈ ਕਿ ਕਦੇ ਦੂਰ ਨਾ ਕਰੀ ਬੱਚਿਆਂ ਤੋਂ ਮਾਵਾਂ। ਬਿਊਰੋ ਰਿਪੋਰਟ PTC ਨਿਊਜ਼। ਤੇਜ਼ੀ ਨਾਲ ਵਾਇਰਲ ਹੋ ਰਹੀ ਇਸ ਵੀਡੀਓ ਨੇ ਸਭ ਨੂੰ ਭਾਵੁਕ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਮਾਂ ਅਤੇ ਪੁੱਤ ਦੇ ਮੁੜ ਮਿਲਾਪ ਦੀ ਹੈ। ਜੀ ਹਾਂ, 35 ਸਾਲਾਂ ਬਾਅਦ ਇੱਕ ਪੁੱਤ ਆਪਣੀ ਮਾਂ ਨੂੰ ਮਿਲਣ ਚਾਹੁੰਦਾ ਹੈ ਅਤੇ ਉਸ ਸਮੇਂ ਇਹ ਭਾਵੁਕ ਪਲ ਬਣਦੇ ਨੇ।
ਆਖਰ ਇੰਨੇ ਲੰਬੇ ਵਿਛੋੜੇ ਦਾ ਕਾਰਨ ਕੀ ਰਿਹਾ ਅਤੇ ਮੁੜ ਕਿਵੇਂ ਮਿਲੇ ਨੇ ਮਾਂ ਪੁੱਤ, ਤੁਹਾਡੇ ਨਾਲ ਇਹ ਕਿੱਸਾ ਵੀ ਸਾਂਝਾ ਕਰਦੇ ਹਾਂ। सतगुर की सेवा सफल है जो को करे चित लाए। ਇਹ ਸ਼ਬਦ ਤਾਂ ਤੁਸੀਂ ਸੁਣਿਆ ਹੀ ਹੋਵੇਗਾ, ਬਸ ਇਸੇ ਸ਼ਬਦਾਂ ਦੇ ਉਦਾਹਰਣ ਹੈ ਇੱਕ ਕਿੱਸਾ। ਦਰਅਸਲ ਖਾਲਸਾ ਏਡ ਦੇ ਵਲੰਟੀਅਰ ਜਗਜੀਤ ਸਿੰਘ ਕਾਦੀਆਂ ਪਟਿਆਲਾ 'ਚ ਹੜ੍ਹ ਪੀੜਤਾਂ ਦੀ ਸੇਵਾ 'ਚ ਲੱਗੇ ਹੋਏ ਸੀ, ਜਿੱਥੇ ਉਹਨਾਂ ਨੂੰ ਇਹ ਪਤਾ ਲੱਗਦਾ ਹੈ ਕਿ 35 ਸਾਲ ਪਹਿਲਾਂ ਵਿਛੜੇ ਉਹਨਾਂ ਦੇ ਮਾਤਾ ਜੀ ਇੱਥੇ ਰਹਿੰਦੇ ਨੇ। ਤਾਂ ਜਗਜੀਤ ਸਿੰਘ ਕਿਵੇਂ ਆਪਣੀ ਮਾਤਾ ਨੂੰ ਲੱਭਦੇ ਨੇ, ਸੁਣੋ ਉਹਨਾਂ ਦੀ ਜ਼ੁਬਾਨੀ। ਮੈਂ 6 ਮਹੀਨਿਆਂ ਦੀ ਸੀ ਜਦੋਂ ਮੇਰੇ ਫਾਦਰ ਸਾਹਿਬ ਦੀ ਮੌਤ ਹੋ ਗਈ ਹਰਿਆਣੇ ਦੇ ਵਿੱਚ। ਫਾਦਰ ਸਾਹਿਬ ਦੀ ਮੌਤ ਤੋਂ ਬਾਅਦ ਮੇਰੇ ਨਾਨਕਾ ਪਰਿਵਾਰ ਜਾਂ ਮੇਰੇ ਦਾਦਕਾ ਪਰਿਵਾਰ ਦਾ ਆਪਸ ਦੇ ਵਿੱਚ ਪਤਾ ਨਹੀਂ ਕੀ ਸਮਝੌਤਾ ਹੋਇਆ ਜਾਂ ਜੋ ਕੁਝ ਵੀ ਹੈ ਸਮਾਜਿਕ ਕ੍ਰਿਤੀਆਂ ਦੇ ਕਾਰਨ ਮੇਰੀ ਮਾਂ ਨਾਲੋਂ ਮੈਂ 2-3 ਸਾਲ ਦਾ ਸੀ ਜਦੋਂ ਮੈਨੂੰ ਵਿਛੋੜਿਆ ਗਿਆ। ਤਾਂ ਮੇਰੀ ਦਾਦੇ ਨੇ ਮੈਨੂੰ ਪਾਲਿਆ। ਦਾਦੀ ਜੀ ਦੀ ਮੌਤ ਤੋਂ ਬਾਅਦ ਜਦੋਂ ਮੈਂ ਘਰ ਦੇ ਵਿੱਚ ਆਪਣਾ ਮੇਨਟੇਨ ਕਰਨਾ ਸ਼ੁਰੂ ਕੀਤਾ, ਘਰ ਦੀ ਸਾਫ਼ ਸਫਾਈ, ਤਾਂ ਮੈਨੂੰ ਉਹਦੇ ਵਿੱਚੋਂ ਐਲਬਮਸ ਲੱਭੀਆਂ ਮੇਰੇ ਮੰਮੀ ਡੈਡੀ ਦੇ ਵਿਆਹ ਦੀਆਂ। ਤਾਂ ਉਸ ਸਮੇਂ ਮੈਂ ਆਪਣੇ ਫਾਦਰ ਸਾਹਿਬ ਨੂੰ, ਦਾਦਾ ਜੀ ਨੂੰ ਪੁੱਛਿਆ ਕਿ ਇਹ ਐਲਬਮ ਕਿਹਦੀ ਹੈ। ਤਾਂ ਫਿਰ ਉਹਨਾਂ ਨੇ ਦੱਸਿਆ ਕਿ ਇਹ ਤੇਰੇ ਮੰਮੀ ਡੈਡੀ ਸੀ ਜਿਨ੍ਹਾਂ ਦੀ ਐਕਸੀਡੈਂਟ ਕਾਰਨ ਮੌਤ ਹੋ ਗਈ, ਤਾਂ ਅਸੀਂ ਤੈਨੂੰ ਇਹ ਚੀਜ਼ ਅੱਜ ਤੱਕ ਨਹੀਂ ਦੱਸੀ। ਉਹਨਾਂ ਨੇ ਵੀ ਉਦੋਂ ਇਹ ਨਹੀਂ ਦੱਸਿਆ ਕਿ ਤੇਰੀ ਮਾਂ ਹੈ। ਮੇਰੇ ਦਾਦਾ ਜੀ ਦੀ ਡੈਥ ਹੋ ਗਈ, ਤਾਂ ਮੈਨੂੰ ਜਦੋਂ ਤੱਕ ਪਤਾ ਲੱਗਿਆ ਕਿ ਮੇਰੀ ਮਾਂ ਇਸ ਦੁਨੀਆ ਤੇ ਹੈ ਜਿਹੜੀ ਮੈਨੂੰ ਛੱਡ ਕੇ ਗਈ ਸੀ, ਉਦੋਂ ਤੱਕ ਜਿਹੜੇ ਇਸ ਰਾਜ਼ ਨੂੰ ਜਾਣਦੇ ਸੀ, ਮੇਰੇ ਦਾਦੀ ਦਾਦਾ ਜੀ, ਮੇਰੇ ਤਾਈ ਤਾਇਆ ਜੀ, ਉਹ ਇਸ ਦੁਨੀਆ ਤੋਂ ਜਾ ਚੁੱਕੇ ਸੀ ਜਿਹੜੇ ਰਾਜ਼ ਇਸ ਨੂੰ ਜਾਣਦੇ ਸੀ। ਹੜ੍ਹ ਪੀੜਤਾਂ ਵਾਸਤੇ ਅਸੀਂ ਸੇਵਾ ਕਰਨ ਵਾਸਤੇ ਪਟਿਆਲੇ ਜ਼ਿਲ੍ਹੇ ਦੇ ਵਿੱਚ ਸੀ। ਖਾਲਸਾ ਏਡ ਵੱਲੋਂ ਆਪਣੀ ਭਾਈ ਕਨਈਆ ਜੀ NGO ਵੱਲੋਂ ਉੱਥੇ ਸੇਵਾ ਨਿਭਾ ਰਹੇ ਸੀ। ਤਾਂ ਅਚਾਨਕ ਮੇਰੀ ਭੂਆ ਜੀ ਦਾ ਫੋਨ ਮੈਨੂੰ ਆਉਂਦਾ ਹੈ ਕਿ ਬੇਟਾ ਕਿੱਥੇ ਹੈ, ਕੀ ਕਰ ਰਿਹਾ। ਤਾਂ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਪਟਿਆਲੇ ਹਾਂ। ਤੇ ਉਹਨਾਂ ਦੇ ਮੂੰਹ 'ਚੋਂ ਅਚਾਨਕ ਆਵਾਜ਼ ਆਉਂਦੀ ਹੈ ਜੋ ਅੱਜ ਤੱਕ ਬੰਦ ਰਹੀ ਕਿ ਬੇਟਾ ਤੇਰੇ ਨਾਨਕੇ ਇੱਧਰ ਹੀ ਸਾਈਡ ਸ਼ਾਇਦ ਹੈ, ਪਟਿਆਲੇ ਜ਼ਿਲ੍ਹੇ ਦੇ ਵਿੱਚ। ਤਾਂ ਮੈਂ ਬਹੁਤ ਹੈਰਾਨ ਹੋਇਆ ਕਿ ਮੈਂ ਉਹਨਾਂ ਨੂੰ ਪੁੱਛਿਆ ਕਿ ਪਲੀਜ਼ ਦੱਸੋਗੇ ਪਿੰਡ ਕਿਹੜਾ ਆ। ਤਾਂ ਮੈਂ ਉਹਨਾਂ ਨੂੰ ਪਿੰਡ ਪੂਰੀ ਤਰ੍ਹਾਂ ਯਾਦ ਨਹੀਂ ਸੀ। ਉਹਨਾਂ ਨੇ ਪਿੰਡ ਦਾ ਨਾਂ ਲਿਆ ਬੋਹੜਪੁਰ। ਤਾਂ ਮੇਰੇ ਇੱਕ ਤਾਇਆ ਜੀ ਸੀ, ਉਹਨਾਂ ਨੂੰ ਮੈਂ ਪੁੱਛਿਆ ਕਿ ਮੈਂ ਉਸ ਪਿੰਡ ਦੇ ਵਿੱਚ ਜਾਣਾ ਚਾਹੁੰਦਾ। ਮੈਂ ਉਸ ਪਿੰਡ ਦੇ ਵਿੱਚ ਗਿਆ। ਪਿੰਡ ਦੇ ਵਿੱਚ ਜਾ ਕੇ ਜਦੋਂ ਮੈਂ ਫਾਈਂਡ ਆਊਟ, ਕਿਉਂਕਿ ਮੈਨੂੰ ਨਾਂ ਤੇ ਕੁਛ ਨਹੀਂ ਸੀ ਯਾਦ, ਆਪਣੇ ਨਾਨਾ ਜੀ ਦਾ, ਨਾਨੀ ਜੀ ਦਾ ਕੋਈ ਵੀ ਕਲਿਊ ਨਹੀਂ ਸੀ ਯਾਦ। ਤਾਂ ਮੈਂ ਆਪਣੇ ਤਾਇਆ ਜੀ ਨੂੰ ਫ਼ੋਨ ਕੀਤਾ ਕਿ ਪਲੀਜ਼ ਮੈਨੂੰ ਕੁਛ ਨਾ ਕੁਛ ਦੱਸੋ ਜਿਹਦੇ ਨਾਲ ਮੈਂ ਆਪਣੇ ਨਾਨਕੇ ਪਰਿਵਾਰ ਨੂੰ ਲੱਭ ਸਕਾਂ। ਤਾਂ ਉਹਨਾਂ ਨੇ ਦੱਸਿਆ ਕਿ ਤੇਰੇ ਨਾਨਾ ਜੀ ਦੀ ਜਿਹੜੀ ਪੈਰਾਲਾਈਜ਼ ਦੇ ਨਾਲ ਜਿਹੜਾ ਉਹ ਮੂੰਹ ਵਿੰਗਾ ਹੋ ਗਿਆ ਸੀ, ਮੈਂ ਦੇਖਿਆ ਸੀ ਉਹਨਾਂ ਨੂੰ। ਤਾਂ ਉਸ ਪਿੰਡ ਦੇ ਵਿੱਚ ਮੈਂ ਕਿਸੇ ਬਜ਼ੁਰਗ ਨੂੰ ਪੁੱਛਿਆ ਕਿ ਤੁਹਾਡੇ ਪਿੰਡ ਦੇ ਵਿੱਚ ਕਿਸੇ ਨੂੰ ਪੈਰਾਲਾਈਜ਼ ਨਾਲ 10 ਸਾਲ ਪਹਿਲਾਂ ਜਾਂ 5 ਸਾਲ ਪਹਿਲਾਂ ਜਾਂ ਪ੍ਰੈਜ਼ੈਂਟ ਕੋਈ ਬਜ਼ੁਰਗ ਹੈ। ਤਾਂ ਉਹਨਾਂ ਨੇ ਸਿਰਫ ਇੱਕੋ ਸ਼ਖਸ ਦਾ ਨਾਂ ਲਿਆ, ਪ੍ਰੀਤਮ ਸਿੰਘ, ਜੋ ਮੇਰੇ ਨਾਨਾ ਜੀ ਸੀ। ਤਾਂ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ, ਸ਼ਾਇਦ ਮੈਂ ਪਹੁੰਚ ਚੁੱਕਿਆ ਸਹੀ ਜਗ੍ਹਾ 'ਤੇ। ਤਾਂ ਜਦੋਂ ਮੈਂ ਉਸ ਘਰ ਦੇ ਵਿੱਚ ਪਹੁੰਚਿਆ, ਦਰਵਾਜ਼ਾ ਖੜਕਾਇਆ, ਇੱਕ ਬਜ਼ੁਰਗ ਨਿਕਲੇ ਨੇ ਬਾਹਰ, ਸ਼ਾਇਦ ਉਹ ਮੇਰੇ ਨਾਨੀ ਸੀ। ਤਾਂ ਮੈਂ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਬੁਲਾਈ, ਅੰਦਰ ਗਏ, ਆਪਾਂ ਕਿਹਾ ਤੁਹਾਨੂੰ ਮਿਲਣਾ ਸੀ, ਕਹਿੰਦੇ ਆ ਜਾਓ। ਤਾਂ ਉਹ ਪਾਣੀ ਲੈ ਕੇ ਆਏ ਤੇ ਮੈਨੂੰ ਕਹਿੰਦੇ ਕਿ ਮੈਂ ਸ਼ਾਇਦ ਤੈਨੂੰ ਦੇਖਿਆ ਕਿਤੇ ਬੇਟਾ, ਨਾਨੀ ਮੇਰੀ। ਤਾਂ ਉਦੋਂ ਮੇਰੀਆਂ ਅੱਖਾਂ 'ਚ ਹੰਝੂ ਆਏ। ਤਾਂ ਮੈਂ ਉਹਨਾਂ ਨੂੰ ਪੁੱਛਣਾ ਸ਼ੁਰੂ ਕੀਤਾ ਕਿ ਤੁਹਾਡੇ ਕਿੰਨੇ ਬੱਚੇ ਆ। ਉਹਨਾਂ ਨੇ ਦੱਸਿਆ ਕਿ ਮੇਰੀਆਂ 4 ਬੇਟੀਆਂ, 1 ਬੇਟਾ ਆ। ਤਾਂ ਪਹਿਲਾਂ ਉਹ ਥੋੜ੍ਹਾ ਝਿਜਕੇ, ਘਬਰਾਏ ਕਿ ਇਹ ਇੰਨੀ ਛਾਣਬੀਨ ਕੌਣ ਕਰ ਰਹੇ ਨੇ, ਅਨਨੋਨ ਪਰਸਨ। ਤਾਂ ਫਿਰ ਉਹਨਾਂ ਨੇ ਦੱਸਿਆ ਕਿ ਹਾਂ, ਮੈਂ ਉਹਨਾਂ ਨੂੰ ਪੁੱਛਿਆ ਕਿ ਕੋਈ ਬੇਟੀ ਤੁਹਾਡੀ ਜਿਨ੍ਹਾਂ ਦੀ ਦੁਬਾਰਾ ਤੁਸੀਂ ਮੈਰਿਜ ਕੀਤੀ ਹੋਏ ਜਾਂ ਉਹਨਾਂ ਦਾ ਹਸਬੈਂਡ ਦੀ ਡੈਥ ਹੋ ਗਈ ਹੋਏ, ਦੁਬਾਰਾ ਲਿਆਂਦਾ ਹੋਵੇ। ਤਾਂ ਉਹਨਾਂ ਨੇ ਦੱਸਿਆ ਕਿ ਹਾਂ, ਇੱਕ ਬੇਟੀ ਸੀ, ਉਹਨੂੰ ਅਸੀਂ ਲੈ ਕੇ ਆਏ ਸੀ, ਉਹਦੇ ਹਸਬੈਂਡ ਦੀ ਡੈਥ ਹੋ ਗਈ, ਤੇ ਉਹਦਾ ਇੱਕ ਬੇਟਾ ਸੀਗਾ ਸੋਨੂ। ਤੇ ਉਦੋਂ ਮੇਰੀਆਂ ਅੱਖਾਂ ਦੇ ਵਿੱਚ ਹੰਝੂ ਆਏ ਤੇ ਮੈਂ ਉੱਠ ਕੇ ਕਿਹਾ ਕਿ ਉਹ ਬਦਨਸੀਬ ਸੋਨੂ ਆ ਤੁਹਾਡੇ ਸਾਹਮਣੇ ਖੜਾ। ਤੇ ਮੇਰੀ ਨਾਨੀ ਨੇ ਮੈਨੂੰ ਘੁੱਟ ਕੇ ਜੱਫੀ ਪਾਈ। ਮਾਂ ਪੁੱਤ ਦੇ ਇਸ ਲੰਬੇ ਵਿਛੋੜੇ ਅਤੇ ਫਿਰ ਮੁੜ ਮਿਲਾਪ ਦੀ ਦਾਸਤਾਨ ਨੇ ਸਭ ਨੂੰ ਭਾਵੁਕ ਕਰ ਦਿੱਤਾ ਹੈ ਅਤੇ ਸਭ ਦੇ ਮੂੰਹੋਂ ਉਸ ਡਾਢੇ ਰੱਬ ਸਾਹਮਣੇ ਅਰਜ਼ ਨਿਕਲੀ ਹੈ ਕਿ ਕਦੇ ਦੂਰ ਨਾ ਕਰੀ ਬੱਚਿਆਂ ਤੋਂ ਮਾਵਾਂ। ਬਿਊਰੋ ਰਿਪੋਰਟ, PTC ਨਿਊਜ਼। ਤੇਜ਼ੀ ਨਾਲ ਵਾਇਰਲ ਹੋ ਰਹੀ ਇਸ ਵੀਡੀਓ ਨੇ ਸਭ ਨੂੰ ਭਾਵੁਕ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਮਾਂ ਅਤੇ ਪੁੱਤ ਦੇ ਮੁੜ ਮਿਲਾਪ ਦੀ ਹੈ। ਜੀ ਹਾਂ, 35 ਸਾਲਾਂ ਬਾਅਦ ਇੱਕ ਪੁੱਤ ਆਪਣੀ ਮਾਂ ਨੂੰ ਮਿਲਣ ਚਾਹੁੰਦਾ ਹੈ ਅਤੇ ਉਸ ਸਮੇਂ ਇਹ ਭਾਵੁਕ ਪਲ ਬਣਦੇ ਨੇ। ਆਖਰ ਇਹਨੇ ਲੰਬੇ ਵਿਛੋੜੇ ਦਾ ਕਾਰਨ ਕੀ ਰਿਹਾ ਅਤੇ ਮੁੜ ਕਿਵੇਂ ਮਿਲੇ ਨੇ ਮਾਂ ਪੁੱਤ, ਤੁਹਾਡੇ ਨਾਲ ਇਹ ਕਿੱਸਾ ਵੀ ਸਾਂਝਾ ਕਰਦੇ ਹਾਂ।
सतगुर की सेवा सफल है ਜੋ ਕੋ ਕਰੇ ਚਿਤ ਲਾਏ। ਇਹ ਸ਼ਬਦ ਤਾਂ ਤੁਸੀਂ ਸੁਣਿਆ ਹੀ ਹੋਵੇਗਾ, ਬਸ ਇਸੇ ਸ਼ਬਦਾਂ ਦੇ ਉਦਾਹਰਣ ਹੈ ਇੱਕ ਕਿੱਸਾ। ਦਰਅਸਲ ਖਾਲਸਾ ਏਡ ਦੇ ਵਲੰਟੀਅਰ ਜਗਜੀਤ ਸਿੰਘ ਕਾਦੀਆਂ ਪਟਿਆਲਾ 'ਚ ਹੜ੍ਹ ਪੀੜਤਾਂ ਦੀ ਸੇਵਾ 'ਚ ਲੱਗੇ ਹੋਏ ਸੀ, ਜਿੱਥੇ ਉਹਨਾਂ ਨੂੰ ਇਹ ਪਤਾ ਲੱਗਦਾ ਹੈ ਕਿ 35 ਸਾਲ ਪਹਿਲਾਂ ਵਿਛੜੇ ਉਹਨਾਂ ਦੇ ਮਾਤਾ ਜੀ ਇੱਥੇ ਰਹਿੰਦੇ ਨੇ। ਤਾਂ ਜਗਜੀਤ ਸਿੰਘ ਕਿਵੇਂ ਆਪਣੀ ਮਾਤਾ ਨੂੰ ਲੱਭਦੇ ਨੇ, ਸੁਣੋ ਉਹਨਾਂ ਦੀ ਜ਼ੁਬਾਨੀ। ਮੈਂ 6 ਮਹੀਨਿਆਂ ਦੀ ਸੀ ਜਦੋਂ ਮੇਰੇ ਫਾਦਰ ਸਾਹਿਬ ਦੀ ਮੌਤ ਹੋ ਗਈ ਹਰਿਆਣੇ ਦੇ ਵਿੱਚ। ਫਾਦਰ ਸਾਹਿਬ ਦੀ ਮੌਤ ਤੋਂ ਬਾਅਦ ਮੇਰੇ ਨਾਨਕਾ ਪਰਿਵਾਰ ਜਾਂ ਮੇਰੇ ਦਾਦਕਾ ਪਰਿਵਾਰ ਦਾ ਆਪਸ ਦੇ ਵਿੱਚ ਪਤਾ ਨਹੀਂ ਕੀ ਸਮਝੌਤਾ ਹੋਇਆ ਜਾਂ ਜੋ ਕੁਝ ਵੀ ਹੈ ਸਮਾਜਿਕ ਕ੍ਰਿਤੀਆਂ ਦੇ ਕਾਰਨ ਮੇਰੀ ਮਾਂ ਨਾਲੋਂ ਮੈਂ 2-3 ਸਾਲ ਦਾ ਸੀ ਜਦੋਂ ਮੈਨੂੰ ਵਿਛੋੜਿਆ ਗਿਆ। ਤਾਂ ਮੇਰੀ ਦਾਦੇ ਨੇ ਮੈਨੂੰ ਪਾਲਿਆ। ਦਾਦੀ ਜੀ ਦੀ ਮੌਤ ਤੋਂ ਬਾਅਦ ਜਦੋਂ ਮੈਂ ਘਰ ਦੇ ਵਿੱਚ ਆਪਣਾ ਮੇਨਟੇਨ ਕਰਨਾ ਸ਼ੁਰੂ ਕੀਤਾ, ਘਰ ਦੀ ਸਾਫ਼ ਸਫਾਈ, ਤਾਂ ਮੈਨੂੰ ਉਹਦੇ ਵਿੱਚੋਂ ਐਲਬਮਸ ਲੱਭੀਆਂ ਮੇਰੇ ਮੰਮੀ ਡੈਡੀ ਦੇ ਵਿਆਹ ਦੀਆਂ। ਤਾਂ ਉਸ ਸਮੇਂ ਮੈਂ ਆਪਣੇ ਫਾਦਰ ਸਾਹਿਬ ਨੂੰ, ਦਾਦਾ ਜੀ ਨੂੰ ਪੁੱਛਿਆ ਕਿ ਇਹ ਐਲਬਮ ਕਿਹਦੀ ਹੈ। ਤਾਂ ਫਿਰ ਉਹਨਾਂ ਨੇ ਦੱਸਿਆ ਕਿ ਇਹ ਤੇਰੇ ਮੰਮੀ ਡੈਡੀ ਸੀ ਜਿਨ੍ਹਾਂ ਦੀ ਐਕਸੀਡੈਂਟ ਕਾਰਨ ਮੌਤ ਹੋ ਗਈ, ਤਾਂ ਅਸੀਂ ਤੈਨੂੰ ਇਹ ਚੀਜ਼ ਅੱਜ ਤੱਕ ਨਹੀਂ ਦੱਸੀ। ਉਹਨਾਂ ਨੇ ਵੀ ਉਦੋਂ ਇਹ ਨਹੀਂ ਦੱਸਿਆ ਕਿ ਤੇਰੀ ਮਾਂ ਹੈ। ਮੇਰੇ ਦਾਦਾ ਜੀ ਦੀ ਵੀ ਡੈਥ ਹੋ ਗਈ। ਤਾਂ ਮੈਨੂੰ ਜਦੋਂ ਤੱਕ ਪਤਾ ਲੱਗਿਆ ਕਿ ਮੇਰੀ ਮਾਂ ਇਸ ਦੁਨੀਆ ਤੇ ਹੈ, ਜਿਹੜੀ ਮੈਨੂੰ ਛੱਡ ਕੇ ਗਈ ਸੀ, ਉਦੋਂ ਤੱਕ ਜਿਹੜੇ ਇਸ ਰਾਜ਼ ਨੂੰ ਜਾਣਦੇ ਸੀ, ਮੇਰੇ ਦਾਦਾ ਜੀ, ਮੇਰੇ ਤਾਈ ਤਾਇਆ ਜੀ, ਉਹ ਇਸ ਦੁਨੀਆ ਤੋਂ ਜਾ ਚੁੱਕੇ ਸੀ।